ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ, ਪਰ ਸਵੇਰ ਦੇ ਵੇਲੇ ਇੰਨੀ ਕੁ ਧੁੰਦ ਸੀ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਵੀ ਪੁੱਛੋ ਹੀ ਕੁਛ ਨਾ। ਰਾਤ ਦੇ ਵੇਲੇ ਵੀ ਬੇਹੱਦ ਠਾਰੀ ਸੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟੇ ਪੰਜਾਬ ਦੇ ਵਿੱਚ, ਦਿੱਲੀ ਤੇ ਹਰਿਆਣੇ ਦੇ ਵਿੱਚ ਮੌਸਮ ਸਥਿਰ ਰਹਿਣਾ, ਯਾਨੀ ਕਿ ਦਿਨ ਦੇ ਵੇਲੇ ਧੁੱਪ ਤੇ ਰਾਤ ਦੇ ਵੇਲੇ ਠਾਰੀ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹੈ ਅੱਜ ਦੀ ਟਰੈਕਟਰ ਪਰੇਡ ਦੇ ਨਾਲ ਸੰਬੰਧਿਤ, ਕਿਉਂਕਿ ਅੱਜ ਭਾਰਤ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਤਿਰੰਗਾ ਲਹਿਰਾਇਆ ਜਾਣਾ ਲਾਲ ਕਿਲ੍ਹੇ ਦੇ ਉੱਤੇ। ਪਰ ਇਸੇ ਦਰਮਿਆਨ ਜਦੋਂ ਕਿਸਾਨ ਭਰਾਵਾਂ ਦੇ ਵੱਲੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆ ਕੇ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕੀਤੀ ਜਾਣੀ ਆ, ਤਾਂ ਇਹਦੇ ਵੱਲ ਵੀ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਿਛਲੇ ਕਈ ਦਿਨਾਂ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਆ। ਹੁਣ ਜਦੋਂ ਅੱਜ ਇਹ ਟਰੈਕਟਰ ਪਰੇਡ ਦਾ ਦਿਨ ਆ ਤਾਂ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਪੈਦਾ ਹੁੰਦੇ ਆ। ਉਹਨਾਂ ਸਵਾਲਾਂ ਦੀ ਗੱਲ ਵੀ ਤਫਸੀਲ ਦੇ ਵਿੱਚ ਕਰਾਂਗੇ, ਪਰ ਇੱਕ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਲੰਘੀ ਰਾਤ ਟਰੈਕਟਰ ਪਰੇਡ ਦੇ ਰੂਟ ਦੇ ਉੱਤੇ ਇੱਕ ਵਿਵਾਦ ਪੈਦਾ ਹੋ ਗਿਆ। ਦਿੱਲੀ ਦੀ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਸਰਵਣ ਸਿੰਘ ਪੰਧੇਰ ਤੇ ਕੁਝ ਕੁ ਹੋਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਕਿ ਸਾਨੂੰ ਇਹ ਰੂਟ ਮਨਜ਼ੂਰ ਨਹੀਂ ਜਿਹੜਾ ਕਿ ਦਿੱਲੀ ਦੀ ਪੁਲਿਸ ਦੇ ਵੱਲੋਂ ਦਿੱਤਾ ਹੋਇਆ। ਅਸੀਂ ਦਿੱਲੀ ਦੀ ਰਿੰਗ ਰੋਡ ਦੇ ਉੱਤੇ ਹੀ ਜਾ ਕੇ ਆਪਣੀ ਪਰੇਡ ਕਰਨੀ ਆ। ਹਾਲਾਂਕਿ ਆਪਾਂ ਜਾਣਦੇ ਹਾਂ ਕਿ ਪੁਲਿਸ ਦੇ ਵੱਲੋਂ ਉਧਰ ਜਾਣ ਤੋਂ ਰੋਕਿਆ ਗਿਆ, ਪਰ ਇਹ ਵੀ ਪਤਾ ਲੱਗਾ ਕਿ ਸਿੰਘੂ ਬਾਰਡਰ ਦੇ ਉੱਤੇ ਕੁਝ ਕੁ ਨੌਜਵਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਅਸੀਂ ਤਾਂ ਖੁਦ ਚਾਹੁੰਦੇ ਹਾਂ ਕਿ ਰਿੰਗ ਰੋਡ ਦੇ ਉੱਤੇ ਦਿੱਲੀ ਦੇ ਵਿੱਚ ਹੀ ਪਰੇਡ ਕੀਤੀ ਜਾਵੇ। ਇਸ ਮਾਮਲੇ ਦੇ ਉੱਤੇ ਕਾਫੀ ਵਿਵਾਦ ਵੀ ਪੈਦਾ ਹੋਇਆ, ਪਰ ਸੀਨੀਅਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਕਿ ਹੁਣ ਇਸ ਮਾਮਲੇ ਦੇ ਵਿੱਚ ਸਵਾਲ ਜਵਾਬ ਕਰਨ ਦਾ ਕੋਈ ਮਤਲਬ ਨਹੀਂਗਾ, ਕਿਉਂਕਿ ਵੇਲਾ ਬਹੁਤ ਹੋ ਚੱਲਿਆ ਤੇ ਹੁਣ ਆਪਾਂ ਪਰੇਡ ਦੀਆਂ ਤਿਆਰੀਆਂ ਸਿਖਰ ਦੇ ਉੱਤੇ ਪਹੁੰਚਾਈਆਂ ਹੋਈਆਂ। ਇਸ ਕਰਕੇ ਆਪਾਂ ਇਹਨਾਂ ਗੱਲਾਂ ਦੇ ਵਿੱਚ ਹੁਣ ਨਹੀਂ ਪੈਣਾ। ਜੋ ਆਪਾਂ ਨੂੰ ਮਿਲ ਗਿਆ ਉਹਦੇ ਮੁਤਾਬਕ ਆਪਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਰਨਾ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਅਚਾਨਕ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 1 ਫਰਵਰੀ ਨੂੰ ਆਪਾਂ ਵੱਖ-ਵੱਖ ਬਾਰਡਰਾਂ ਤੋਂ ਪੈਦਲ ਮਾਰਚ ਕਰਨਾ ਪਾਰਲੀਮੈਂਟ ਤੱਕ। ਇਹਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਆ ਜਿਹੜੀ ਉਹ ਖੁਦ ਨੂੰ ਸੰਕਟ ਦੇ ਵਿੱਚ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਮਹਿਸੂਸ ਕਰੇ, ਕਿਉਂਕਿ 1 ਫਰਵਰੀ ਨੂੰ ਹੀ ਭਾਰਤ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ। ਉਹਦੇ ਮੱਦੇਨਜ਼ਰ ਹੀ ਜਦੋਂ ਚਾਰੇ ਪਾਸਿਓਂ ਪਾਰਲੀਮੈਂਟ ਨੂੰ ਘੇਰਾ ਪਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਸਰਕਾਰ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਣਾ ਕੁਦਰਤੀ ਹੈ। ਪਰ ਜਿਹੜੀ ਅੱਜ ਦੀ ਟਰੈਕਟਰ ਪਰੇਡ ਆ ਇਹਦੇ ਉੱਤੇ ਕਈ ਲੋਕਾਂ ਨੇ ਬਾਜ਼ ਅੱਖ ਰੱਖੀ ਹੋਈ ਹੈ। ਦਿੱਲੀ ਦੀ ਪੁਲਿਸ ਵੀ ਇਹ ਗੱਲ ਕਹਿੰਦੀ ਹੈ ਕਿ ਕੁਝ ਕੁ ਸਮਾਜ ਵਿਰੋਧੀ ਅਨਸਰ ਆ ਜਿਹੜੇ ਉਹ ਇਹਦੇ ਵਿੱਚ ਖਲਲ ਮਚਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਦਾ ਇਹ ਵੀ ਕਹਿਣਾ ਕਿ ਕੁਝ ਕੁ ਸਮੇਂ ਤੋਂ ਪਾਕਿਸਤਾਨ ਦੇ ਵਿੱਚ 2 ਹਫ਼ਤਿਆਂ ਦੇ ਵਿੱਚ 300 ਤੋਂ ਵੱਧ ਟਵਿੱਟਰ ਹੈਂਡਲ ਬਣੇ ਆ। ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ। ਦਿੱਲੀ ਦੀ ਪੁਲਿਸ ਦਾ ਇਹ ਕਹਿਣਾ ਕਿ ਕੁਝ ਕੁ ਸ਼ਰਾਰਤੀ ਤੱਤ, ਕੁਝ ਕੁ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਆ ਜਿਹੜੇ ਉਹ ਇਸ ਟਰੈਕਟਰ ਪਰੇਡ ਦੇ ਵਿੱਚ ਖਲਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ। ਪਰ ਅਸੀਂ ਤਾਂ ਹੀ ਉਹਨਾਂ ਨੂੰ ਰੋਕ ਸਕਦੇ ਹਾਂ ਜੇਕਰ ਕਿਸਾਨ ਵੀ ਸਾਡਾ ਸਹਿਯੋਗ ਦੇਣਗੇ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਆਪਾਂ ਕਿਸਾਨ ਅੰਦੋਲਨ ਨੂੰ ਬਦਨਾਮ ਨਹੀਂ ਹੋਣ ਦੇਣਾ। ਆਪਣੇ ਮਨ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਪ੍ਰਤੀ ਗੁੱਸਾ, ਇਹ ਗੱਲ ਸੱਚੀ ਹੈ। ਜੇ ਰਾਜਨੀਤਿਕ ਲੋਕ ਪੰਜਾਬ ਦੇ ਦੇਸ਼ ਦੇ ਹਿੱਤਾਂ ਦੇ ਪ੍ਰਤੀ ਸਮਰਪਿਤ ਹੁੰਦੇ ਤਾਂ ਅੱਜ ਸਾਨੂੰ ਸੜਕਾਂ ਦੇ ਉੱਤੇ ਬੈਠ ਕੇ ਆਪਣੇ 250 ਦੇ ਕਰੀਬ ਕਿਸਾਨ ਵੀਰ ਗਵਾਉਣੇ ਨਾ ਪੈਂਦੇ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਕਿਸੇ ਨੂੰ ਕੁਝ ਪੁੱਛਣ ਤੇ ਦੱਸਣ ਦੀ ਲੋੜ ਨਹੀਂ। ਪਰ ਇਸ ਵਕਤ ਜਦੋਂ ਆਪਾਂ ਘਰਾਂ ਦੇ ਵਿੱਚੋਂ ਨਿਕਲੇ ਆ ਤਾਂ ਸੁੱਖੀ ਸਾਂਦੀ ਆਪਾਂ ਘਰਾਂ ਦੇ ਵਿੱਚ ਜਿੱਤ ਕੇ ਮੁੜਨਾ ਵੀ ਹੈ। ਤੇ ਜੇਕਰ ਅਸੀਂ ਜਾਂ ਸਾਡੇ ਵਿੱਚੋਂ ਕਿਸੇ ਨੇ ਵੀ ਸ਼ਰਾਰਤ ਕੀਤੀ ਤਾਂ ਉੱਥੇ ਮਾਹੌਲ ਵਿਗੜ ਵੀ ਸਕਦਾ। ਇਸ ਕਰਕੇ ਆਪ ਵੀ ਸੰਜਮ ਤੋਂ ਕੰਮ ਲੈਣਾ ਤੇ ਜਿਹੜਾ ਕੋਈ ਨਾਲ ਦਾ ਸ਼ਰਾਰਤ ਕਰਦਾ ਉਹਨੂੰ ਵੀ ਉਸ ਗੱਲ ਤੋਂ ਰੋਕਣਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਕਿਸਾਨ ਆਗੂਆਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਇੱਕ ਟਰੈਕਟਰ ਦੇ ਉੱਤੇ ਵੱਧ ਤੋਂ ਵੱਧ 3 ਜਣੇ ਹੋਣਗੇ ਤੇ ਇਹ ਵੀ ਗੱਲ ਕਹੀ ਸੀ ਕਿ ਕਿਸੇ ਟਰੈਕਟਰ ਦੇ ਮਗਰ ਟਰਾਲੀ ਨਹੀਂ ਹੋਊਗੀ, ਇਕੱਲਾ ਟਰੈਕਟਰ ਜਾਊਗਾ ਇਸ ਪਰੇਡ ਦੇ ਵਿੱਚ। ਟਰਾਲੀਆਂ ਸਿਰਫ ਉਹਨਾਂ ਟਰੈਕਟਰਾਂ ਦੇ ਮਗਰ ਪਈਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਝਾਕੀਆਂ ਪੇਸ਼ ਕੀਤੀਆਂ ਜਾਣੀਆਂ। ਕਿਸੇ ਟਰੈਕਟਰ ਚਾਲਕ ਦੇ ਵੱਲੋਂ ਕੋਈ ਸਟੰਟ ਨਹੀਂ ਵਿਖਾਇਆ ਜਾਊਗਾ, ਕੋਈ ਉੱਚੀ ਡੈਕ ਦੇ ਵਿੱਚ ਗਾਣੇ ਗੂਣੇ ਨਹੀਂ ਲਾਊਗਾ, ਕੋਈ ਨਸ਼ਾ ਪੱਤਾ ਨਹੀਂ ਕਰੂਗਾ। ਨਿਯਮਾਂ ਦਾ ਸਾਰੇ ਪਾਲਣ ਕਰਨਗੇ ਤੇ ਉਹਨਾਂ ਹੀ ਥਾਵਾਂ ਦੇ ਉੱਤੇ ਆ ਕੇ ਫਿਰ ਬਹਿ ਜਾਣਾ ਟਰੈਕਟਰ ਪਰੇਡ ਕਰਨ ਤੋਂ ਬਾਅਦ, ਜਿਹੜੀਆਂ ਥਾਵਾਂ ਤੋਂ ਜਿਹੜੇ ਬਾਰਡਰਾਂ ਤੋਂ ਉੱਤੇ ਅਸੀਂ ਗਏ ਹੋਏ ਆ। ਕਿਉਂਕਿ ਇਹ 100 ਕਿਲੋਮੀਟਰ ਨਹੀਂ ਸਗੋਂ 150 ਕਿਲੋਮੀਟਰ ਤੋਂ ਵੀ ਲੰਮੀ ਟਰੈਕਟਰ ਪਰੇਡ ਦੀ ਆਸ ਕੀਤੀ ਜਾ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਆ ਜਿਹੜੇ ਉਹ ਬਾਰਡਰਾਂ ਦੇ ਉੱਤੇ ਪਹੁੰਚ ਗਏ ਸੀ 2 ਦਿਨ ਪਹਿਲਾਂ ਹੀ। ਇਸ ਕਰਕੇ ਕਿਸਾਨ ਆਗੂਆਂ ਨੇ ਕਿਹਾ ਕਿ 24 ਘੰਟੇ ਦਾ ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਚੱਲਿਓ, ਪਾਣੀ ਧਾਣੀ ਦਾ ਪ੍ਰਬੰਧ ਕਰਕੇ ਚੱਲਿਓ, ਦਵਾਈ ਬੂਟੀ ਦਾ ਪ੍ਰਬੰਧ ਕਰਕੇ ਚੱਲਿਓ, ਕਿਉਂਕਿ 24 ਘੰਟਿਆਂ ਬਾਅਦ ਹੋ ਸਕਦਾ ਤੁਸੀਂ ਆਪਣੇ ਮੁੜ ਪਹਿਲਾਂ ਵਾਲੇ ਟਿਕਾਣੇ ਦੇ ਉੱਤੇ ਪਹੁੰਚ ਸਕੋ। ਜਾਮ ਬਹੁਤ ਵੱਡੇ ਪੱਧਰ ਦੇ ਉੱਤੇ ਲੱਗ ਸਕਦਾ ਹੈ। ਪਰ ਆਪਾਂ ਇਸ ਵਕਤ ਸੰਜਮ ਦਾ ਇੱਕ ਇਹੋ ਜਿਹਾ ਸਬੂਤ ਦੇਣਾ ਕਿ ਦੁਨੀਆ ਭਰ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਹੋ ਜੇ। ਮੈਂ ਬਹੁਤ ਸਾਰੀਆਂ ਰਿਪੋਰਟਾਂ ਪੜ੍ਹੀਆਂ, ਇਹ ਵੀ ਪਤਾ ਲੱਗਾ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਾਲੇ ਵੀ ਆ ਰਹੇ ਆ। ਇਹ ਵੀ ਪਤਾ ਲੱਗਾ ਕਿ ਦੁਨੀਆ ਭਰ ਦਾ ਵਿਦੇਸ਼ੀ ਮੀਡੀਆ ਜਿਹੜਾ ਉਹ ਇੱਥੇ ਪਹੁੰਚ ਰਿਹਾ। ਜੇ ਤਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਕੀਤਾ
ਤਾਂ ਇਤਿਹਾਸ ਹੋਰ ਤਰੀਕੇ ਨਾਲ ਸਿਰਜਿਆ ਜਾਣਾ ਕਿ ਇੱਦਾਂ ਦੇ ਵੀ ਅੰਦੋਲਨ ਹੁੰਦੇ ਆ। ਤੇ ਜੇਕਰ ਇੱਥੇ ਕੋਈ ਹਿੰਸਾ ਦੀ ਗੱਲ ਹੋ ਗਈ ਤਾਂ ਫਿਰ ਇਹ ਖਬਰ ਬਣਨੀ ਹੈ ਕਿ ਇੱਦਾਂ ਦੇ ਵੀ ਅੰਦੋਲਨ ਹੁੰਦੇ ਆ। ਇਸ ਕਰਕੇ ਆਪਾਂ ਸੰਜਮ ਦੇ ਨਾਲ ਚੱਲਣਾ, ਦੂਰਦਰਸ਼ੀ ਸੋਚ ਅਪਣਾ ਕੇ ਚੱਲਣਾ ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਤੇ ਭਾਰਤ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੰਘੇ ਕੱਲ੍ਹ ਜਿਹੜੀ ਗੱਲ ਕਹੀ ਹੈ ਕਿ ਇਹ ਕਿਸਾਨ ਅੰਦੋਲਨ ਬਹੁਤ ਛੇਤੀ ਖਤਮ ਹੋ ਜਾਣਾ ਤੇ ਬਹੁਤ ਜਲਦ ਅਸੀਂ ਇਸ ਮਾਮਲੇ ਦੇ ਉੱਤੇ ਸਹਿਮਤੀ ਬਣਾ ਲਵਾਂਗੇ ਕਿਸਾਨ ਆਗੂਆਂ ਦੇ ਨਾਲ। ਉਹਨਾਂ ਨੇ ਸਿਫਤਾਂ ਤਾਂ ਪਹਿਲਾਂ ਵਾਲੀਆਂ ਗੱਲਾਂ ਦੀਆਂ ਫੇਰ ਕੀਤੀਆਂ, ਪਰ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਮਸਲੇ ਦਾ ਹੱਲ ਛੇਤੀ ਹੋ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਕਾਰਗੁਜ਼ਾਰੀ ਜਲਦੀ ਹੀ ਖਤਮ ਹੋ ਜਾਵੇਗੀ। ਸਰਕਾਰ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਉਹਨਾਂ ਨੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਦੇ ਉੱਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਕਿਸੇ ਹੋਰ ਦਿਨ ਦੀ ਚੋਣ ਵੀ ਕਰ ਸਕਦੇ ਸੀ, ਪਰ ਜਦੋਂ ਹੁਣ ਉਹ ਦ੍ਰਿੜ ਹੋ ਗਏ ਨੇ ਤਾਂ ਕੀ ਕਹਿ ਸਕਦੇ ਨੇ। ਉਹਨਾਂ ਕਿਹਾ ਕਿ ਬਿਨਾਂ ਕਿਸੇ ਹਾਦਸੇ ਦੇ ਸ਼ਾਂਤਮਈ ਢੰਗ ਨਾਲ ਰੈਲੀ ਦਾ ਆਯੋਜਨ ਕਰਨਾ ਕਿਸਾਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣੇਗਾ। ਤੋਮਰ ਨੇ ਅੱਗੇ ਕਿਹਾ ਕਿ 11ਵੇਂ ਦੌਰ ਦੇ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਜਦੋਂ ਹੱਲ ਨਹੀਂ ਲੱਭਿਆ ਤਾਂ ਮੈਂ ਕਿਸਾਨਾਂ ਨੂੰ ਕਿਹਾ ਕਿ ਉਹ 1.5 ਸਾਲ ਦੇ ਲਈ ਕਾਨੂੰਨਾਂ ਦੇ ਲਾਗੂ ਹੋਣ ਨੂੰ ਮੁਲਤਵੀ ਕਰ ਦਿੰਦੇ ਨੇ। ਜੇ ਸੁਪਰੀਮ ਕੋਰਟ ਨੇ ਮੁਲਤਵੀ ਕਰ ਦਿੱਤਾ ਤਾਂ ਅਸੀਂ ਉਹਨਾਂ ਨੂੰ ਥੋੜ੍ਹਾ ਸਮਾਂ ਹੋਰ ਦੇਣ ਦੀ ਬੇਨਤੀ ਕਰਾਂਗੇ ਤਾਂ ਜੋ ਉਸ ਸਮੇਂ ਦੇ ਵਿੱਚ ਅਸੀਂ ਗੱਲਬਾਤ ਰਾਹੀਂ ਇੱਕ ਹੱਲ ਲੱਭ ਸਕੀਏ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੇ ਖੇਤੀ ਦੋਹਾਂ ਦੇ ਹਿੱਤਾਂ ਦੇ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਿਛਲੇ 6 ਸਾਲ ਦੇ ਵਿੱਚ ਕਿਸਾਨ ਦੀ ਆਮਦਨ ਦੇ ਵਿੱਚ ਵਾਧਾ ਕਰਨ, ਖੇਤੀ ਨੂੰ ਨਵੀਂ ਤਕਨੀਕ ਨਾਲ ਜੋੜਨ ਦੇ ਲਈ ਕਈ ਯੋਜਨਾਵਾਂ ਤੇ ਯਤਨ ਕੀਤੇ ਗਏ ਨੇ। MSP ਨੂੰ 1.5 ਗੁਣਾ ਕਰਨ ਦਾ ਕੰਮ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਮੁੱਲ ਮਿਲ ਸਕਦਾ ਹੈ। ਕਿਸਾਨ ਮਹਿੰਗੀਆਂ ਫਸਲਾਂ ਵੱਲ ਆਕਰਸ਼ਿਤ ਹੋ ਸਕਦੇ ਨੇ। ਇਸ ਕਰਕੇ ਕਾਨੂੰਨ ਬਣਾਏ ਗਏ ਸੀ। ਜਿੱਥੇ ਕਾਨੂੰਨ ਬਣਾਉਣ ਦੀ ਜ਼ਰੂਰਤ ਸੀ ਤੇ ਕਾਨੂੰਨ ਨੂੰ ਬਦਲਣ ਦੀ ਜ਼ਰੂਰਤ ਤੇ ਕਾਨੂੰਨ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਸ ਦੇ ਪਿੱਛੇ ਸਰਕਾਰ ਤੇ ਪ੍ਰਧਾਨ ਮੰਤਰੀ ਦੀ ਨੀਅਤ ਸਾਫ਼ ਹੈ ਤੇ ਕਿਸਾਨ ਭਾਈਚਾਰੇ ਦਾ ਇੱਕ ਹਿੱਸਾ ਗੁੰਮਰਾਹ ਹੋ ਚੁੱਕਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਖੇਤੀਬਾੜੀ ਮੰਤਰੀ ਨੇ ਜਿਹੜਾ ਬਿਆਨ ਲੰਘੇ ਕੱਲ੍ਹ ਦਿੱਤਾ ਹੈ, ਇਹ ਬਿਆਨ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਵੀ ਵਾਰ-ਵਾਰ ਜਾਰੀ ਕੀਤਾ ਹੈ। ਹਮੇਸ਼ਾ ਉਹ ਇਹੀ ਗੱਲ ਕਹਿੰਦੇ ਆ ਕਿ ਕਾਨੂੰਨ ਬਹੁਤ ਲਾਹੇਵੰਦ ਆ ਤੇ ਤੁਸੀਂ ਗੁੰਮਰਾਹ ਹੋ ਗਏ ਹੋ। ਜਦ ਕਿ ਕਿਸਾਨ ਆਗੂਆਂ ਨੇ ਆਪਣੇ ਠਰਮੇ, ਆਪਣੀ ਦੂਰਦਰਸ਼ਤਾ ਦੇ ਨਾਲ ਇਹ ਸਾਬਤ ਕੀਤਾ ਕਿ ਅਸੀਂ ਗੁੰਮਰਾਹ ਨਹੀਂ ਹੋਏ, ਅਸੀਂ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਏ ਆ। ਤੇ ਜਦੋਂ ਜਾਗਰੂਕ ਹੋ ਚੁੱਕੇ ਆ ਕਿਸਾਨ ਤਾਂ ਉਹਨਾਂ ਨੂੰ ਗੁੰਮਰਾਹ ਕਹਿਣਾ ਮੇਰਾ ਖਿਆਲ ਆ ਵੀ ਇਹ ਵੀ ਇੱਕ ਬਹੁਤ ਵੱਡੀ ਗਲਤੀ ਹੈਗੀ ਹੈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਚਲੋ ਹੁਣ ਕਿਸਾਨਾਂ ਦੀ ਮੰਗ ਕਦੋਂ ਪੂਰੀ ਹੁੰਦੀ ਹੈ, ਦੇਸ਼ ਦੇ ਅੰਨਦਾਤੇ ਦੀ ਮੰਗ ਨੂੰ ਕਦੋਂ ਪ੍ਰਵਾਨ ਕਰਦੇ ਆ ਕੇਂਦਰ ਦੇ ਮੰਤਰੀ, ਇਹ ਤਾਂ ਵਕਤ ਬਿਆਨ ਕਰੂਗਾ। ਪਰ ਅੱਜ ਦੀ ਟਰੈਕਟਰ ਪਰੇਡ ਆ ਜਿਹੜੀ, ਇਹਦੇ ਵੱਲ ਬਹੁਤ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ। ਜੇਕਰ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਦੇ ਪਲ ਪਲ ਦੀ ਜਾਣਕਾਰੀ ਦੀ ਇੱਛਾ ਇਸ ਟਰੈਕਟਰ ਪਰੇਡ ਦੇ ਮੁਤਲਕ ਹੈਗੀ ਆ ਤਾਂ ਸਾਨੂੰ ਵੀ ਆਪਣੇ ਬਹੁਤ ਸਾਰੇ ਫਰਜ਼ ਨਿਭਾਉਣੇ ਪੈਣਗੇ। ਮੰਨ ਲਓ ਕਿ ਮੈਂ ਟਰੈਕਟਰ ਚਲਾ ਰਿਹਾ, ਮੇਰੇ ਨਾਲ ਦਾ ਕੋਈ ਸ਼ਰਾਰਤ ਕਰਦਾ ਕੋਈ ਅਨਸਰ ਕੋਈ ਇਹੋ ਜਿਹਾ ਆਉਂਦਾ ਜਿਹੜਾ ਕਿ ਇਸ ਰੈਲੀ ਦੇ ਵਿੱਚ ਵਿਘਨ ਪਾ ਸਕਦਾ, ਜਿਹੜਾ ਕਿ ਕਿਸੇ ਵੀ ਕਿਸਮ ਦੀ ਕੋਈ ਘਟਤ ਕਰ ਸਕਦਾ, ਤਾਂ ਮੇਰਾ ਪਹਿਲ ਪਲੱਕੜਾ ਫਰਜ਼ ਹੋਣਾ ਚਾਹੀਦਾ ਕਿ ਮੈਂ ਉਹਨੂੰ ਵੀ ਰੋਕਾਂ ਤੇ ਆਪ ਵੀ ਸੰਜਮ ਦੇ ਵਿੱਚ ਰਹਾਂ। ਕਿਉਂਕਿ ਜੇਕਰ ਗੋਦੀ ਮੀਡੀਆ ਦੇ ਵੱਲੋਂ ਹੁਣ ਤੱਕ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ 100 ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਇਸ ਪਰੇਡ ਦੇ ਵਿੱਚੋਂ ਅੱਜ ਫਿਰ ਉਹਨਾਂ ਨੇ ਕੁਝ ਨਾ ਕੁਝ ਇਹੋ ਜਿਹਾ ਲੱਭਣਾ। ਮੈਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ TV ਚੈਨਲ ਦੇਖੇ ਜਿਹੜੇ ਇਹ ਗੱਲ ਕਹਿ ਰਹੇ ਸੀ ਕਿ ਦਿੱਲੀ में आया ट्रैक्टरों का आतंक, दिल्ली में आतंक फैला रहे हैं ये ट्रैक्टर तो टैंक बनकर आए हैं, ये तो दिल्ली पर टूट पड़ेंगे। उन्होंने ਇਹੋ ਜਿਹੀਆਂ ਗੱਲਾਂ ਕੀਤੀਆਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ। ਇਸ ਕਰਕੇ ਜੇਕਰ ਅੱਜ ਦੀ ਪਰੇਡ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਵੜ ਗਿਆ ਜਾਂ ਅਸੀਂ ਆਪ ਸ਼ਰਾਰਤ ਕੀਤੀ, ਕਿਸੇ ਨੇ ਭਾਵੇਂ 2 ਮਿੰਟ ਦੀ ਕੀਤੀ ਹੋਵੇ, ਉਹ 2 ਮਿੰਟ ਦੀ ਜੇਕਰ ਕਿਸੇ ਨੇ ਵੀਡੀਓ ਕਲਿੱਪ ਬਣਾ ਲਈ ਤਾਂ ਨੈਸ਼ਨਲ TV ਚੈਨਲਾਂ ਦੇ ਉੱਤੇ ਇਵੇਂ ਚੱਲਣੀ ਆ ਵੀ ਇਹ ਤਾਂ ਆਈ ਇਸ ਕੰਮ ਦੇ ਵਾਸਤੇ ਸੀ, ਇਹ ਕੋਈ ਹੱਕ ਲੈਣ ਦੇ ਲਈ ਨਹੀਂ ਆਏ, ਇਹਨਾਂ ਦਾ ਕੋਈ ਕਿਸਾਨੀ ਨਾਲ ਸੰਬੰਧ ਨਹੀਂ, ਇਹ ਕੋਈ ਕਿਸਾਨ ਨਹੀਂ, ਇਹ ਤਾਂ ਜਾਣਬੁੱਝ ਕੇ ਇਲਤਬਾਜ਼ੀ ਕਰਨ ਦੇ ਲਈ ਆਏ ਆ। ਉਹਨਾਂ ਨੇ ਫਿਰ ਸਾਡਾ ਪ੍ਰਚਾਰ ਇਵੇਂ ਕਰਨਾ। ਇਸ ਕਰਕੇ ਅੱਜ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਅੱਜ ਜੇਕਰ ਅਸੀਂ ਔਖੇ ਵੀ ਹੋ ਗਏ ਤਾਂ ਵੀ ਸਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਹੋਣੀ ਚਾਹੀਦੀ ਹੈ ਤਾਂ ਜੋ ਇਸ ਗੱਲ ਦਾ ਸੁਨੇਹਾ ਪਹੁੰਚੇ ਵਿਦੇਸ਼ੀ ਮੀਡੀਆ ਤੱਕ ਵੀ ਅਸੀਂ ਆਪਣੀ ਥਾਂ ਦੇ ਉੱਤੇ ਸਹੀ ਹਾਂ। ਅਸੀਂ ਜ਼ਬਰ ਦਾ ਟਾਕਰਾ ਸਬਰ ਦੇ ਨਾਲ ਕਰ ਰਹੇ ਹਾਂ ਤੇ ਜੇਕਰ ਅਸੀਂ ਮਾੜੇ ਮੋਟੇ ਵੀ ਹਿੰਸਕ ਹੋ ਗਏ, ਜੇਕਰ ਇਸ ਮੋੜ ਦੇ ਉੱਤੇ ਆ ਕੇ ਕਿਸਾਨ ਆਗੂਆਂ ਦੀ ਆਪਸ ਦੇ ਵਿੱਚ ਖੇਬੜਬਾਜ਼ੀ ਹੋ ਗਈ ਕਿ ਨਾ ਜੀ ਅਸੀਂ ਤਾਂ ਇਉਂ ਨੂੰ ਜਾਵਾਂਗੇ, ਅਸੀਂ ਤਾਂ ਹੁਣ ਰੂਟ ਇਉਂ ਨੂੰ ਲੈ ਕੇ ਜਾਵਾਂਗੇ, ਤਾਂ ਉਹਦੇ ਨਾਲ ਕੀ ਹੋਊਗਾ, ਕਿਸਾਨ ਧਿਰਾਂ ਪੱਟਣਗੀਆਂ ਤੇ ਇਹਨਾਂ ਧਿਰਾਂ ਦੇ ਪਾਟਣ ਦੀ ਉਡੀਕ ਹੁਣ ਤੱਕ ਬਹੁਤ ਸਾਰੀਆਂ ਏਜੰਸੀਆਂ, ਦਿੱਲੀ ਦੀ ਪੁਲਿਸ ਤੇ ਕੇਂਦਰ ਦੀ ਸਰਕਾਰ ਕਰ ਰਹੀ ਹੈ। ਇਸ ਕਰਕੇ ਆਪਾਂ ਉਹਨਾਂ ਗੱਲਾਂ ਤੋਂ ਬਚਣਾ ਜਿਹੜੀਆਂ ਗੱਲਾਂ ਦੀ ਉਡੀਕ ਕੀਤੀ ਜਾ ਰਹੀ ਹੈ। ਸੋ ਸਾਰਾ ਕੁਝ ਅੱਜ ਸੁੱਖੀ ਸਾਂਦੀ ਹੋਵੇ,
ट्रैक्टर परेड सोहनी निकले, इहनूं ट्रैक्टर परेड कह लो, इहनूं रोस मार्च कह लो, इहनूं ट्रैक्टर रैली कह लो, ये सब दे आपो अपने शब्द हैगे आ। पर क्योंकि असीं गणतंत्र दिवस की परेड के बराबर रखी है तो ये क्योंकि किसानों ने झाकियां भी शामिल कीतियां, इस करके इहनूं ट्रैक्टर परेड के नाम दे नाल संबोधन किया जाता है। सो अज सारा कुछ सुखी सांदी होवे इहदी असीं कामना करते हैं। आप भी बचना, दूजिਆਂ ਨੂੰ भी बचाउणा, आप भी जिम्मेवारी का पालन करना तो दूजिਆਂ ਨੂੰ भी पालन करने ਦੇ वास्ते कहना, ये साडे सुभाਅ ਦੇ ਵਿੱਚ ਅੱਜ ਗੱਲ ਜ਼ਰੂਰ शामिल होनी चाहिए है। क्योंकि साडा ਏਕਾ, साडा ठरम्मा, साडी दूरदर्शी सोच, साडी संजीदगी, साडी गंभीरता ही अज सब तो वड्डी पछाण दी जामन बननी है। लंघे दिनी आपां जाणदे आ कि रवनीत सिंह बिट्टू ते कुलबीर सिंह जीरा इन्हां दोहां आगूआं दे उत्ते ਸਿੰਘੂ ਬਾਰਡਰ ਦੇ ਵਿੱਚ ਜਦੋਂ एक जन संसद चल रही सी ते ਉਹਦੇ ਵਿੱਚ हमला हो गया सी, पग्गां लह गईਆਂ सी। उस वक्त भी ਅਸੀਂ ਇਹ ਟਿੱਪਣੀ ਕੀਤੀ ਸੀ कि ਸਾਡੇ ਵਿਚਾਰਧਾਰਕ मतभेद बहुत सारे ਲੋਕਾਂ ਦੇ ਨਾਲ हो सकते ਆ। ਅਸੀਂ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਘੱਟ ਕਰਦੇ ਆ, ਇਹ ਸਾਡਾ ਵੀ ਕਸੂਰ ਆ, ਮੇਰਾ ਵੀ ਕਸੂਰ ਹੋ ਸਕਦਾ। ਪਰ ਅਸੀਂ ਕਿਸੇ ਦੀਆਂ ਪੱਗਾਂ ਲਾਈਏ, ਭਾਵੇਂ ਕੋਈ ਰਿਕਸ਼ਾ ਚਾਲਕ ਹੋਵੇ, ਭਾਵੇਂ ਕੋਈ ਲੀਡਰ ਹੋਵੇ, ਭਾਵੇਂ ਕੋਈ ਸਰਪੰਚ ਹੋਵੇ, ਭਾਵੇਂ ਕੋਈ ਰੇਹੜੀ ਲਾਉਣ ਵਾਲਾ ਹੋਵੇ, ਇਦਾਂ ਦੀ ਗੱਲ ਸ਼ੋਭਦੀ ਨਹੀਂ। ਪੱਗਾਂ ਲਾ ਕੇ ਅਸੀਂ ਆਪਣਾ ਜਲੂਸ ਆਪੇ ਕੱਢਦੇ ਹਾਂ। ਜੇ ਸਾਨੂੰ ਨਹੀਂ ਕੋਈ ਨੇਤਾ ਪਸੰਦ, ਅਸੀਂ ਵੋਟਾਂ ਦੇ ਮੌਕੇ ਟੱਕਰ ਲਈਏ, ਵੋਟਾਂ ਦੇ ਮੌਕੇ ਅਸੀਂ ਉਹਦਾ ਬਾਈਕਾਟ ਕਰ ਦਈਏ, ਸਾਡੀ ਆਪਣੀ ਅਧਿਕਾਰ ਖੇਤਰ ਦੀ ਗੱਲ ਹੈ। ਪਰ ਜੇਕਰ ਕੋਈ ਨੇਤਾ ਆਇਆ, ਅਸੀਂ ਉਹਦੇ ਨਾਲ ਅਸਹਿਮਤ ਹੋ ਸਕਦੇ ਹਾਂ, ਅਸੀਂ ਉਹਨੂੰ ਬੋਲਣ ਨਾ ਦੇਈਏ। ਪਰ ਜਦੋਂ ਅਸੀਂ ਹਰਲ 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 ਕਰਦੇ ਖੌਰੂ ਪਾਉਂਦੇ ਪਾਉਂਦੇ ਕਿਸੇ ਦੀ ਪੱਗ ਨੂੰ ਹੱਥ ਪਾ ਲੈਂਦੇ ਹਾਂ, ਤਾਂ ਉਸ ਤੋਂ ਬਾਅਦ ਜਲੂਸ ਫਿਰ ਸਾਡਾ ਹੀ ਨਿਕਲਦਾ। ਤੇ ਜਿਹੜੇ ਲੋਕ ਸਾਡੇ ਇਸ ਵਕਤ ਵੈਰ ਪਗਾਉਣ ਵਾਲੇ ਆ, ਉਹ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਸਿੱਖ ਦੀ ਪੱਗ ਲਾਈ ਜਾਂਦਾ, ਇਹ ਕਿਹੜੇ ਹੱਕ ਮੰਗਣ ਵਾਲੇ ਆ ਗਏ। ਇਹਨਾਂ ਗੱਲਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਅੱਜ ਕੋਈ ਅਕਾਲੀ ਦਲ ਦਾ ਨੇਤਾ ਹੋਵੇ, ਮੈਂ ਨਿੱਜੀ ਤੌਰ ਤੇ ਸੋਚਦਾ ਵੀ ਉਹਦੀ ਵੀ ਪੱਗ ਨੂੰ ਹੱਥ ਨਹੀਂ ਪੈਣਾ ਚਾਹੀਦਾ। ਕੋਈ ਆਪ ਦਾ ਹੋਵੇ, ਉਹਦੀ ਵੀ ਨਹੀਂ ਪੈਣਾ ਚਾਹੀਦਾ। ਕੋਈ ਬੀਜੇਪੀ ਦਾ ਨੇਤਾ ਵੀ ਹੋਵੇ, ਉਹਦੀ ਵੀ ਪੱਗ ਨੂੰ ਹੱਥ ਨਹੀਂ ਪੈਣਾ ਚਾਹੀਦਾ। ਕਿਉਂਕਿ ਸਾਡੀ ਵਿਚਾਰਧਾਰਕ ਜੰਗ ਹੈ, ਸਾਡੀ ਕੋਈ ਪੱਗਾਂ ਲਾਉਣ ਦੀ ਜੰਗ ਨਹੀਂ ਗੀ। ਅਸੀਂ ਕਿਸੇ ਨੂੰ ਨੰਗੇ ਕਰਨ ਦੀ ਜੰਗ ਇੱਦਾਂ ਨਹੀਂ ਲੜ ਰਹੇ, ਕਿਉਂਕਿ ਅਸੀਂ ਫਿਰ 3 ਮਹੀਨੇ ਪਹਿਲਾਂ ਵੋਟਾਂ ਦੇ ਮੌਕੇ ਭੁੱਲ ਜਾਂਦੇ ਹਾਂ। ਇਹ ਸਾਡੀਆਂ ਆਪਣੀਆਂ ਨਿੱਜੀ ਤੌਰ ਦੇ ਉੱਤੇ ਵੀ ਗਲਤੀਆਂ। ਪਰ ਹੁਣ ਇਸ ਮਾਮਲੇ ਦੇ ਉੱਤੇ, ਇਸ ਹਮਲੇ ਦੇ ਮਾਮਲੇ ਦੇ ਉੱਤੇ ਬੜੀ ਵੱਡੀ ਰਾਜਨੀਤੀ ਛਿੜੀ ਹੈ। ਇਸ ਵਕਤ ਬੀਜੇਪੀ ਦੇ ਕੁਝ ਨੇਤਾ ਜਿਹੜੇ ਉਹ ਚੁੱਪ ਬੈਠੇ ਆ, ਜਿਹੜੇ ਕਿ ਇਸ ਵਕਤ ਕੁਝ ਵੀ ਨਹੀਂ ਬੋਲ ਰਹੇ। ਅਕਾਲੀ ਦਲ ਦੇ ਕੁਝ ਕੁ ਨੇਤਾ ਜਿਹੜੇ ਉਹ ਇਸ ਮਾਮਲੇ ਦੇ ਉੱਤੇ ਕਹਿੰਦੇ ਵੀ ਅਸੀਂ ਕੋਈ ਟਿੱਪਣੀ ਨਹੀਂ ਕਰਨੀ ਗੀ। ਪਰ ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇਹ ਗੱਲ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਇਹ ਹਮਲਾ ਕਰਵਾਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਇਹ ਹਮਲਾ ਕਰਵਾਇਆ ਗਿਆ ਰਵਨੀਤ ਸਿੰਘ ਬਿੱਟੂ ਦੇ ਉੱਤੇ ਤੇ ਕੁਲਬੀਰ ਸਿੰਘ ਜ਼ੀਰਾ ਦੇ ਉੱਤੇ। ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਉਛਲਿਆ, ਉਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ। ਕਈ ਲੋਕ ਸੰਜੀਦਗੀ ਦੇ ਨਾਲ ਵੀ ਟਿੱਪਣੀ ਕਰਦੇ ਆ ਤੇ ਕਈ ਲੋਕ ਹੋਸ਼ਪੁਣੇ ਦੇ ਵਿੱਚ ਵੀ ਕਰਦੇ ਆ ਕਿ ਇਹਨਾਂ ਨਾਲ ਐਂ ਹੋਣੀ ਚਾਹੀਦੀ ਆ, ਫਲਾਣੇ ਦੀ ਵੀ ਪੱਗ ਲਾ ਦਿਓ, ਉਹਦਾ ਵੀ ਜਲੂਸ ਕੱਢ ਦਿਓ। ਮੈਂ ਇਹਨਾਂ ਗੱਲਾਂ ਦੇ ਨਾਲ ਇਤਫਾਕ ਨਹੀਂ ਰੱਖਦਾ ਗਾ ਵੀ ਜਲੂਸ ਕੱਢ ਦਿਓ, ਆਹ ਕੱਢ ਦਿਓ, ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਮੇਰੇ ਖਿਆਲ ਦੇ ਮੁਤਾਬਕ। ਪਰ ਪਹਿਲਾਂ ਇਸ ਖਬਰ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਵੇਂ ਦੋਸ਼ ਲੱਗੇ ਆ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਨੇਤਾਵਾਂ ਨੇ ਪੱਗਾਂ ਲਾਈਆਂ ਤੇ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਨਵਾਂ ਮੋੜ ਆ ਸਕਦਾ। ਪਰ ਰਵਨੀਤ ਬਿੱਟੂ ਹੋਰਾਂ ਨੇ ਕਿਹਾ ਕਿ ਮੈਨੂੰ ਪਤਾ ਵੀ ਫਲਾਣਿਆਂ ਨੇ ਮੇਰੀ ਇਹ ਪੱਗ ਲਵਾਈ ਹੈ, ਮੇਰੇ ਉੱਤੇ ਹਮਲਾ ਕਰਵਾਇਆ, ਮੇਰੀ ਗੱਡੀ ਭੰਨਵਾਈ ਹੈ, ਪਰ ਮੈਂ ਕਿਸਾਨ ਅੰਦੋਲਨ ਦੇ ਖਿਲਾਫ ਨਹੀਂ ਕੁਝ ਬੋਲ ਸਕਦਾ, ਕਿਉਂਕਿ ਜੇਕਰ ਇੱਦਾਂ ਬੋਲਿਆ ਤਾਂ ਕਿਸਾਨ ਅੰਦੋਲਨ ਦਾ ਹੀ ਨੁਕਸਾਨ ਹੋਣਾ। ਸੋ ਲੋੜ ਕੋਈ ਵੀ ਇਸ ਵਕਤ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ ਦੀ ਨਾ ਮਹਿਸੂਸ ਕਰੇ, ਇਹ ਵੀ ਗੱਲ ਸਮੇਂ ਦੀ ਲੋੜ ਹੈ। ਪਰ ਅਸੀਂ ਰਾਜਨੀਤਿਕ ਲੋਕਾਂ ਨੂੰ ਪੈਰ ਨਹੀਂ ਧਰਨ ਦਿੰਦੇ ਇਸ ਅੰਦੋਲਨ ਦੇ ਵਿੱਚ, ਇਹ ਵੀ ਠੀਕ ਹੈ। ਪਰ ਜੇਕਰ ਕੋਈ ਆਉਂਦਾ ਉਹਨੂੰ ਪਿਆਰ ਦੇ ਨਾਲ ਸਮਝਾ ਕੇ ਤੋਰ ਦਿੱਤਾ ਜਾਵੇ, ਨਾ ਕਿ ਹਰਲ ਹਰਲ ਕਰਦੇ ਆਪਾਂ 500 ਜਣੇ ਮਗਰ ਭੱਜ ਪਈਏ, ਚੀਕਾਂ ਮਾਰ ਗਏ, ਕੂਕਾਂ ਮਾਰ ਗਏ ਤੇ ਆਪਣਾ ਜਲੂਸ ਕਢਵਾਈਏ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਐਤਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਬਿੱਟੂ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਇਸ ਦੌਰਾਨ ਕੁਝ ਲੋਕਾਂ ਦੇ ਵੱਲੋਂ ਬਿੱਟੂ ਤੇ ਐਮਐਲਏ ਕੁਲਬੀਰ ਸਿੰਘ ਜ਼ੀਰਾ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਦੌਰਾਨ ਦੋਹਾਂ ਦੀ ਪੱਗ ਵੀ ਲਾਈ ਗਈ ਤੇ ਇਹਨਾਂ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਲੰਘੇ ਕੱਲ ਇਸ ਸਾਰੇ ਹਮਲੇ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਦੱਸਿਆ। ਵੱਡਾ ਦਾਅਵਾ ਕਰਦੇ ਹੋਏ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਦੋਸ਼ ਲਾਇਆ ਤੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਉਹਨਾਂ ਨੇ ਭੜਕਾਇਆ। ਬਿੱਟੂ ਨੇ ਕਿਹਾ ਕਿ ਜੋਗਿੰਦਰ ਯਾਦਵ ਦੇ ਉੱਤੇ ਵੀ ਹਮਲੇ ਦਾ ਸ਼ੱਕ ਮੈਂ ਕਰਦਾ ਹਾਂ। ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਇਤਰਾਜ਼ ਜ਼ਾਹਰ ਕੀਤਾ ਕਿ ਜੇ ਸਿਆਸਤਦਾਨ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤਾਂ ਫਿਰ ਜੋਗਿੰਦਰ ਯਾਦਵ 2-2 ਘੰਟੇ ਦਾ ਭਾਸ਼ਣ ਕਿਸ ਤਰ੍ਹਾਂ ਦੇ ਦਿੰਦਾ। 24 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੇ ਨੇੜੇ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਵਿੱਚ ਕਿਸਾਨ ਸੰਸਦ ਰੱਖੀ ਗਈ ਸੀ। ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੁਲਬੀਰ ਜ਼ੀਰਾ
ਪਹੁੰਚੇ ਸਨ, ਜਿੱਥੇ ਉਹਨਾਂ ਦੇ ਨਾਲ ਕੁਝ ਵਿਅਕਤੀਆਂ ਵੱਲੋਂ ਹੱਥੋਂ ਪਾਈ ਕੀਤੀ ਗਈ ਸੀ। ਰਵਨੀਤ ਬਿੱਟੂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਆਪਣੀ ਪਾਰਟੀ ਦੀ ਸੋਚ ਰੱਖਣ ਦੇ ਲਈ ਕਿਸਾਨਾਂ ਕੋਲ ਗਏ ਸਾਂ, ਪਰ ਸਾਡੇ ਉੱਤੇ ਹਮਲਾ ਇਹ ਜਾਣਬੁੱਝ ਕੇ ਕੁਝ ਕੁ ਲੋਕਾਂ ਦੇ ਵੱਲੋਂ ਧਾਰ ਕੇ ਕਰਵਾਇਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਵੇਂ ਕਿ ਅਸੀਂ ਪਹਿਲਾਂ ਕਿਹਾ, ਹੁਣ ਤੱਕ ਬਹੁਤ ਸਾਰੇ ਨੇਤਾ ਜਿਹੜੇ ਉਹਨਾਂ ਨੂੰ ਸਿੰਘੂ ਜਾਂ ਟਿੱਕਰੀ ਬਾਰਡਰ ਦੇ ਉੱਤੇ ਬੋਲਣ ਦਾ ਮੌਕਾ ਨਹੀਂ ਮਿਲਿਆ। ਬਿਲਕੁਲ ਠੀਕ ਹੈ, ਕਈ ਅਕਾਲੀ ਦਲ ਦੇ ਨੇਤਾ, ਕੁਝ ਕੁ ਹੋਰ ਪਾਰਟੀਆਂ ਦੇ ਨੇਤਾ ਸਮੇਂ-ਸਮੇਂ ਦੇ ਉੱਤੇ ਉੱਥੇ ਗਏ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ। ਸ਼ਾਇਦ ਉਹਨਾਂ ਦੇ ਮਨਸ਼ੇ 2022 ਦੇ ਮੱਦੇਨਜ਼ਰ ਹੋਣ, ਪਰ ਰਾਜਨੀਤਿਕ ਲੋਕਾਂ ਨੂੰ ਕਿਸੇ ਨੇ ਥੜੇ ਦੇ ਉੱਤੇ ਨਹੀਂ ਚੜ੍ਹਨ ਦਿੱਤਾ। ਆਪਾਂ ਇਸ ਗੱਲ ਦੇ ਨਾਲ ਸਹਿਮਤ ਹਾਂ। ਸਾਡੇ ਮਨ ਦੇ ਵਿੱਚ ਗੁੱਸਾ, ਸਾਡੇ ਮਨ ਦੇ ਵਿੱਚ ਇਸ ਗੱਲ ਦਾ ਹਰਖ ਹੈ ਕਿ ਜੇਕਰ ਤੁਸੀਂ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਵੇਲੇ ਸਿਰ ਸਹੀ ਤਰੀਕੇ ਨਾਲ ਨਿਭਾਈਆਂ ਹੁੰਦੀਆਂ ਤਾਂ ਸਾਨੂੰ ਅੱਜ ਸੜਕਾਂ ਦੇ ਉੱਤੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠਰਨਾ ਨਾ ਪੈਂਦਾ। ਹੁਣ ਤੱਕ ਸਾਡੇ 150 ਦੇ ਕਰੀਬ ਕਿਸਾਨ ਵੀਰ ਸ਼ਹੀਦ ਨਾ ਹੁੰਦੇ। ਹੁਣ ਤੱਕ ਅਸੀਂ ਬਾਹਰ ਬੈਠ ਕੇ ਸੜਕਾਂ ਦੇ ਉੱਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ, ਕਦੇ ਨਵਾਂ ਸਾਲ ਇੱਥੇ ਚੜ੍ਹਾਉਂਦੇ ਆ, ਅਸੀਂ ਲੋਹੜੀ ਇੱਥੇ ਮਨਾਉਂਦੇ ਆ, ਅਸੀਂ ਬਾਕੀ ਤਿਉਹਾਰ ਦਿਨ ਦਿਹਾੜੇ ਇੱਥੇ ਸੜਕਾਂ ਦੇ ਉੱਤੇ ਬੈਠ ਕੇ ਮਨਾਉਣ ਦੇ ਲਈ ਮਜਬੂਰ ਆ, ਕਿਉਂਕਿ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਡੇ ਵਿੱਚੋਂ ਕੁਝ ਇੱਕ ਲੋਕ ਖਰੂਦ ਮਚਾਉਣ, ਸਾਡੇ ਵਿੱਚੋਂ ਕੁਝ ਇੱਕ ਲੋਕ ਗਾਲਾਂ ਕੱਢਣ। ਜਦੋਂ ਵੀਡੀਓ ਆਉਂਦੀਆਂ 1 2 3 4 5 ਮਿੰਟ ਦੀਆਂ, ਉਦੋਂ ਜਦੋਂ ਵਿਚਲੀਆਂ ਸ਼ਬਦਾਵਲੀ ਵੇਖੀ ਦੀ ਆ, ਵਿਚਲੀਆਂ ਗੱਲਾਂ ਸੁਣੀ ਦੀਆਂ, ਉਦੋਂ ਦੁੱਖ ਵੀ ਹੁੰਦਾ ਕਿ ਆਹ ਦੇਖੋ ਜੀ ਕਿ ਇਸ ਵਕਤ ਸਾਡਾ ਭੀੜ ਤੰਤਰ ਕੀ ਬਣਦਾ ਜਾ ਰਿਹਾ। ਉਦੋਂ ਇਸ ਗੱਲ ਦਾ ਦੁੱਖ ਹੁੰਦਾ ਵੀ ਅਸੀਂ ਹਰਲ ਕਿਹੜੀ ਗੱਲੋਂ ਕਰਦੇ ਹਾਂ। ਹਾਲਾਂਕਿ ਸੰਜਮੀ ਲੋਕ ਵੀ ਬਹੁਤ ਬੈਠੇ ਆ, ਸੁਹਿਰਦ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ, ਪਰ ਕੁਝ ਕੁ ਲੋਕ ਆ ਜਿਹੜੇ ਉਹ ਇਸ ਵਕਤ ਜਦੋਂ ਗਾਲ ਦੁੱਪੜ ਦੀ ਵਰਤੋਂ ਕਰਦੇ ਆ ਤਾਂ ਸਾਡੇ ਸਾਰਿਆਂ ਦਾ ਅਕਸ ਵੀ ਖਰਾਬ ਹੁੰਦਾ। ਅਸੀਂ ਜਿਹਨੂੰ ਪਸੰਦ ਨਹੀਂ ਕਰਦੇ, ਨਾ ਪਸੰਦ ਆ, ਉਹਨੂੰ ਅਸੀਂ ਪਰੇ ਕਰ ਦਈਏ, ਪਰ ਕਿਸੇ ਦੀ ਪੱਗ ਲਾਉਣ ਦੀ ਕੋਈ ਤੁਕ ਨਹੀਂ ਬਣਦੀ। ਇਹ ਮੇਰੇ ਖਿਆਲ ਆ, ਜੇਕਰ ਤੁਹਾਡੇ ਤੇ ਵੀ ਗੱਲ ਆਵੇ, ਇਹ ਵੀ ਗੱਲ ਤਾਂ ਵੀ ਲਾਗੂ ਹੁੰਦੀ ਹੈ ਕਿ ਕਿਸੇ ਦੀ ਪੱਗ ਲਾਉਣ ਦਾ ਸਾਨੂੰ ਹੱਕ ਨਹੀਂ ਆ। ਸੋ ਅਸੀਂ ਇਸ ਵਕਤ ਆਪਣੀ ਸੋਚ ਆ ਜਿਹੜੀ ਉਹਨੂੰ ਤਿੱਖੀ ਰੱਖੀਏ, ਅਸੀਂ ਸੋਚ ਨੂੰ ਖੁੰਡੀ ਦਾ ਪੈਣ ਦੇਈਏ, ਤੇ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਅਸੀਂ ਏਕੇ ਦੇ ਵਿੱਚ ਰਹੀਏ ਤੇ ਜਿਵੇਂ ਸਾਡਾ ਪ੍ਰਭਾਵ ਹੁਣ ਬਣਿਆ ਕਿਸਾਨ ਅੰਦੋਲਨ ਦੇ ਵਿੱਚ, ਅਸੀਂ ਇਸ ਪ੍ਰਭਾਵ ਨੂੰ ਬਰਕਰਾਰ ਰੱਖੀਏ ਕਿ ਕਿਸਾਨ ਅੰਨਦਾਤਾ ਜਿਹੜਾ ਉਹਦਾ ਭਾਵੇਂ ਨਵਾਂ ਪੂਰਾ ਤੇ ਭਾਵੇਂ ਪੁਰਾਣਾ ਪੂਰਾ, ਉਹ ਬਹੁਤ ਹਿੰਮਤੀ ਵੀ ਹੈ ਤੇ ਉਹ ਬਹੁਤ ਸੁਹਿਰਦ ਵੀ ਹੈ, ਉਹ ਸੰਜਮੀ ਵੀ ਹੈ, ਉਹ ਜ਼ਬਰ ਦਾ ਟਾਕਰਾ ਜਿਹੜਾ ਉਹ ਸਬਰ ਦੇ ਨਾਲ ਕਰਨਾ ਵੀ ਜਾਣਦਾ, ਨਾ ਕਿ ਉਹ ਇਸ ਤਰੀਕੇ ਦੀਆਂ ਗੱਲਾਂ ਕਰਦਾ ਕਿ ਚੱਕ ਦਿਓ ਓਏ, ਉਹਨੂੰ ਮਾਂ ਦੀ ਗਾਲ ਕੱਢਤੀ, ਉਹਨੂੰ ਭੈਣ ਦੀ ਗਾਲ ਕੱਢਤੀ। ਇੱਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਹੈ। ਦਿੱਲੀ ਦੀ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਇਨਪੁਟ ਮਿਲੇ ਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਦੀ ਪਰੇਡ ਦੇ ਵਿੱਚ ਹਿੰਸਾ ਹੋ ਸਕਦੀ ਹੈ। ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਉਹਦੇ ਇਹ ਅੰਦਾਜ਼ੇ, ਦਿੱਲੀ ਦੀ ਪੁਲਿਸ ਦੀਆਂ ਇਹ ਕਿਆਸ ਰਾਈਆਂ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਜਾਣ, ਮਿੱਟੀ ਪੈ ਜੇ। ਪਰ ਗੱਲ ਇਹ ਹੈ ਵੀ ਇਸ ਵਕਤ ਜੇਕਰ ਕੋਈ ਸੰਕਟ ਪੈਦਾ ਹੁੰਦਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਹੈ ਕਿ ਅਸੀਂ ਕਈ ਸ਼ਰਤਾਂ ਦੇ ਨਾਲ ਕਿਸਾਨਾਂ ਨੂੰ ਇਹ ਪਰੇਡ ਕਰਨ ਦੀ ਆਗਿਆ ਦਿੱਤੀ ਹੈ, ਤੇ ਜੇਕਰ ਕੋਈ ਵੀ ਹਬੀ ਨਬੀ ਹੁੰਦੀ ਹੈ, ਜੇਕਰ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਤਾਂ ਜਿਹੜੇ ਕਿਸਾਨ ਆਗੂਆਂ ਨੇ ਇਹਦਾ ਵਾਅਦਾ ਕੀਤਾ ਕਿ ਸਾਰਾ ਕੁਝ ਸ਼ਾਂਤਮਈ ਤਰੀਕੇ ਦਾ ਰਹੂਗਾ, ਉਹਨਾਂ ਸਭ ਦੀ ਜ਼ਿੰਮੇਵਾਰੀ ਹੋਊਗੀ। ਗੱਲ ਸਾਰੀ ਉਹਨਾਂ ਦੇ ਉੱਤੇ ਆਊਗੀ, ਉਹਨਾਂ ਦੇ ਉੱਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਸੋ ਇਸ ਵਕਤ ਸਾਨੂੰ ਜ਼ਰੂਰਤ ਇਸ ਗੱਲ ਦੀ ਸੋਚਣ ਦੀ ਹੈ ਕਿ ਅਸੀਂ ਕਿਸਾਨ ਆਗੂਆਂ ਨੂੰ ਝੂਠੇ ਨਹੀਂ ਪੈਣ ਦੇਣਾ, ਅਸੀਂ ਉਹਨਾਂ ਨੂੰ ਬਦਨਾਮ ਨਹੀਂ ਹੋਣ ਦੇਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 2 ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਗਣਤੰਤਰ ਦਿਵਸ ਦੇ ਮੌਕੇ ਅੱਜ ਵੱਡੇ ਪੱਧਰ ਦੇ ਉੱਤੇ ਟਰੈਕਟਰ ਪਰੇਡ ਕਰ ਰਹੇ ਨੇ, ਜਿਸ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਏਜੰਸੀਆਂ ਦੀ ਫਿਕਰ ਵੱਧ ਗਈ ਹੈ। ਰੈਲੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੀ ਮਿਲੀ ਇਨਪੁਟ ਦੇ ਨਾਲ ਖੁਫੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਕਿ ISI ਤੇ ਕੁਝ ਕੁ ਹੋਰ ਸੰਗਠਨ ਕਿਸਾਨ ਰੈਲੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਨੇ। ਪੁਲਿਸ ਸੂਤਰਾਂ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਇਸ ਰੈਲੀ ਦੇ ਵਿੱਚ ਕਈ ਤਰ੍ਹਾਂ ਦੇ ਗਲਤ ਪੋਸਟਰ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਦੇ ਨਾਲ ਹੀ ਪੂਰੀ ਦਿੱਲੀ ਦੇ ਵਿੱਚ ਪਾਵਰ ਕੱਟ ਦੀ ਵੀ ਇਨਪੁਟ ਹੈ, ਜਿਸ ਤੋਂ ਬਾਅਦ ਸਾਰੇ ਪਾਵਰ ਸਟੇਸ਼ਨਾਂ ਤੇ ਸਬ ਸਟੇਸ਼ਨਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਅਜਿਹੀ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਖੁਫੀਆ ਏਜੰਸੀਆਂ ਹਾਈ ਅਲਰਟ ਦੇ ਉੱਤੇ ਨੇ। ਕਿਸਾਨ ਜਥੇਬੰਦੀਆਂ ਨੂੰ ਵੀ ਸੁਚੇਤ ਹੋਣ ਵਾਸਤੇ ਕਿਹਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਦਿੱਲੀ ਪੁਲਿਸ ਦੇ ਵੱਲੋਂ ਜੋ ਖਦਸ਼ੇ ਪ੍ਰਗਟਾਏ ਗਏ ਆ, ਇਹ ਸਹੀ ਸਾਬਤ ਹੁੰਦੇ ਜਾਂ ਗਲਤ ਹੁੰਦੇ ਆ, ਇਹ ਤਾਂ ਵਕਤ ਬਿਆਨ ਕਰੂਗਾ। ਅੱਜ ਦੇ ਵਿੱਚ ਪਤਾ ਲੱਗ ਜਾਣਾ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਾਰੇ ਖਦਸ਼ੇ ਝੂਠੇ ਪੈ ਜਾਣ, ਇਹਦੇ ਵਿੱਚੋਂ ਕੋਈ ਵੀ ਗੱਲ ਸੱਚੀ ਨਾ ਹੋ ਨਿਬੜੇ, ਕਿਉਂਕਿ ਜੇਕਰ ਕਿਸੇ ਨੇ ਮਾੜੀ ਮੋਟੀ ਵੀ ਸ਼ਰਾਰਤ ਕਰਤੀ ਤਾਂ ਜਿੰਨੇ ਵੱਡੇ ਪੱਧਰ ਦੇ ਉੱਤੇ ਕਿਸਾਨ ਉੱਥੇ ਗਏ ਹੋਏ ਆ, ਉਸ ਤੋਂ ਬਾਅਦ ਬਦਨਾਮੀ ਵੀ ਸਾਡੀ ਉਹਨੇ ਵੱਡੇ ਪੱਧਰ ਦੇ ਉੱਤੇ ਹੋਣੀ ਆ ਜਿੰਨੇ ਵੱਡੇ ਪੱਧਰ ਦੇ ਉੱਤੇ ਸਾਡੇ ਇਸ ਅੰਦੋਲਨ ਦੀ ਇੱਜ਼ਤ ਬਣੀ ਆ। ਕਿਉਂਕਿ ਜਿੰਨੀ ਵੱਡੀ ਇੱਜ਼ਤ ਉਨੀ ਵੱਡੀ ਬਦਨਾਮੀ ਵੀ ਹੁੰਦੀ ਹੈ। ਇਹ ਗੱਲ ਹਰ ਥਾਂ ਦੇ ਉੱਤੇ ਲਾਗੂ ਹੁੰਦੀ ਹੈ। ਸੋ ਅਸੀਂ ਹੁਣ ਤੱਕ 2 ਮਹੀਨੇ ਲਗਾਤਾਰ ਸੜਕਾਂ ਦੇ ਉੱਤੇ ਬੈਠ ਕੇ ਆਪਣਾ ਕੱਦ ਇਸ ਥਾਂ ਦੇ ਉੱਤੇ ਪਹੁੰਚਾਇਆ
ਕਿ ਅੱਜ ਜਸਟਨ ਟਰੂਡੋ ਤੋਂ ਲੈ ਕੇ ਅਮਰੀਕਾ ਦੇ ਰਾਜਨੀਤਿਕ ਲੋਕਾਂ ਤੋਂ ਲੈ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਨੇਤਾਵਾਂ ਤੱਕ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਪਰ ਜੇਕਰ ਇਸ ਵਕਤ ਕਿਸਾਨਾਂ ਦੇ ਵੱਲੋਂ ਸਾਡੇ ਵਿੱਚੋਂ ਜਿਹੜਾ ਕਿ ਕਿਸਾਨ ਹੋਵੇ ਜਾਂ ਨਾ ਹੋਵੇ, ਜੇ ਕਿਸੇ ਨੇ ਸ਼ਰਾਰਤ ਕਰਤੀ, ਜੇ ਕਿਸੇ ਨੇ ਨਸ਼ਾ ਪੱਤਾ ਕਰਕੇ ਕੋਈ ਨਾ ਕੋਈ ਗਲਤ ਹਰਕਤ ਕਰਤੀ, ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਖਮਿਆਜਾ ਸਾਡੇ ਇਸ ਅੰਦੋਲਨ ਨੂੰ ਭੁਗਤਣਾ ਪੈ ਸਕਦਾ। ਇਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ, ਮੇਰੇ ਮਨ ਦੇ ਵਿੱਚ ਧੁੜਕੂ ਆ ਕਈ ਤਰ੍ਹਾਂ ਦਾ ਵੀ ਕੁਝ ਵੀ ਅਣਸੁਖਾਵਾਂ ਨਾ ਵਾਪਰ ਜਾਵੇ। ਅਸੀਂ ਸਾਰਿਆਂ ਨੇ ਜ਼ਿੰਮੇਵਾਰੀ ਦਾ ਅੱਜ ਪਾਲਣ ਕਰਨਾ। ਇਹ ਟਰੈਕਟਰ ਰੈਲੀ ਇਤਿਹਾਸ ਦਾ ਹਿੱਸਾ ਬਣ ਜੇ, ਵੀ ਇੱਕ ਇਤਿਹਾਸ ਸਿਰਜਿਆ ਗਿਆ। ਮੈਂ ਕੱਲ੍ਹ ਵੀ ਇਹ ਗੱਲ ਸੋਚਦਾ ਸੀ ਵੀ ਜੇ ਤਾਂ ਅਸੀਂ ਇਹ ਰੈਲੀ ਕੱਢੀ ਬਾਕਮਾਲ, ਤਾਂ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਜਾਵੇ ਕਿ ਵੀ ਰੈਲੀਆਂ ਇੱਦਾਂ ਵੀ ਹੁੰਦੀਆਂ, ਤੇ ਆਪਾਂ ਇਹ ਨਹੀਂ ਕਹਿਣ ਦੇਣਾ ਕਿ ਇੱਦਾਂ ਦੀਆਂ ਵੀ ਰੈਲੀਆਂ ਹੁੰਦੀਆਂ। ਇਹ ਬਸ ਕਹਿਣ ਅਖਵਾਉਣ ਦੇ ਵਿੱਚ ਜੋ ਪ੍ਰਭਾਵ ਆ ਉਹਦਾ ਫਰਕ ਪੈਂਦਾ। ਸੋ ਆਪਾਂ ਇਸ ਕਰਕੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ, ਸੰਜਮੀ ਤਰੀਕੇ ਦੇ ਨਾਲ ਸਰਕਾਰ ਦੇ ਉੱਤੇ ਆਪਣੀ ਚੁੱਪ ਤੇ ਆਪਣੀ ਸ਼ਾਂਤੀ ਦੇ ਨਾਲ ਇਹੋ ਜਿਹਾ ਪ੍ਰਭਾਵ ਪਾਉਣਾ ਕਿ ਉਹ ਛੇਤੀ ਖੇਤੀ ਕਾਨੂੰਨ ਵਾਪਸ ਲਵੇ, ਨਾ ਕਿ ਉਹਨੂੰ ਸਾਡੇ ਕਿਸਾਨ ਵੀਰਾਂ ਦੇ ਵਿੱਚ ਪਾੜ ਪਾਉਣ ਦਾ ਮੌਕਾ ਮਿਲੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।